हाँ जी, सत श्री अकाल जी। मैं हरविंदर ਸਿੰਘ ਇੱਕ ਛੋਟੇ ਜਿਹੇ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦਾ। ਅੱਜ ਸੜਕਾਂ 'ਤੇ ਕਿਸਾਨਾਂ ਦੀ ਹੋ ਰਹੀ ਦੁਰਗਤੀ ਨੂੰ ਦੇਖ ਮਨ ਬੜਾ ਉਦਾਸ ਹੋਇਆ ਅਤੇ ਸੋਚਣ ਲੱਗਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਮਿਹਨਤ ਕਰਿਆ ਕਰੇਗਾ ਜਾਂ ਆਪਣੇ ਹੱਕਾਂ ਲਈ ਸੜਕਾਂ 'ਤੇ ਇਸ ਤਰ੍ਹਾਂ ਆਪਦੀ ਦੁਰਗਤੀ ਕਰਾਏਗਾ। ਬੜਾ ਗੰਭੀਰ ਮਸਲਾ ਸੋਚਣ ਨੂੰ ਮਜਬੂਰ ਹੋ ਗਿਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀ ਆਰ ਦਾ ਫਾਊਂਡਰ ਆਫ ਦੀ ਸਿਵਲਾਈਜੇਸ਼ਨ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸਾਨੀ ਹੀ ਕਿਸੇ ਸਮਾਜ ਦੀ ਬੁਨਿਆਦ ਹੈ। ਇੱਕ ਕਿਸਾਨ ਹੀ ਸੀ ਜਿਸ ਨੇ ਸਮਾਜ ਨੂੰ ਵਸਾਇਆ ਅਤੇ ਸਮਾਜ ਨੇ ਅੱਗੇ ਅੱਗੇ ਤਰੱਕੀ ਕਰੀ ਅਤੇ ਇਸ ਮੁਕਾਮ ਤੱਕ ਪਹੁੰਚਿਆ। ਇੱਕ ਕਿਸਾਨ ਤੁਹਾਡੇ ਜੀਵਨ ਵਿੱਚ ਕਿੰਨੀ ਅਹਿਮੀਅਤ ਰੱਖਦਾ, ਸ਼ਾਇਦ ਤੁਸੀਂ ਉਸ ਚੀਜ਼ ਦਾ ਅੰਦਾਜ਼ਾ ਨਹੀਂ ਲਗਾ ਪਾ ਰਹੇ ਹੋ। ਅੱਜ ਕਿਸਾਨ ਸੜਕਾਂ 'ਤੇ ਰੁਲ ਰਿਹਾ। ਕਈ ਲੋਕ ਆਪਣੇ ਵਿਚਾਰ ਪੇਸ਼ ਕਰਦੇ ਆ, ਕਹਿੰਦੇ ਆ ਕਿ ਯਾਰ ਇਹ ਤਾਂ ਵਿਹਲੇ ਨੇ, ਅਨਪੜ੍ਹ ਲੋਕ ਨੇ, ਇਹਨਾਂ ਨੂੰ ਕੁਛ ਨਹੀਂ ਪਤਾ, ਝੋਲਾ ਚੱਕਦੇ ਆ, ਸੜਕਾਂ 'ਤੇ ਪਹੁੰਚ ਜਾਂਦੇ ਆ। ਉਹ ਪਰ ਮਿੱਤਰੋ, ਦੋਸਤੋ, ਇੱਦਾਂ ਨਹੀਂ। ਜਦੋਂ ਕੋਈ ਬੰਦਾ ਆਪਣੇ ਕੰਮਕਾਰ ਛੱਡ ਕੇ, ਆਪਣਾ ਘਰ ਪਰਿਵਾਰ ਛੱਡ ਕੇ ਸੜਕਾਂ 'ਤੇ ਪਹੁੰਚਦਾ ਨਾ, ਤਾਂ ਉਸ ਪਿੱਛੇ ਕੋਈ ਨਾ ਕੋਈ ਖਾਸ ਵਜ੍ਹਾ ਹੁੰਦੀ ਆ। ਤਾਂ ਇਸ ਪਿੱਛੇ ਵੀ ਬੜੀ ਕੋਈ ਖਾਸ ਵਜ੍ਹਾ ਹੈਗੀ ਆ। ਹਰ ਇੱਕ ਇਨਸਾਨ ਨੂੰ ਇਹ ਸਮਝਣ ਦੀ ਲੋੜ ਹੈ। ਤਾਂ ਮੈਂ ਆਪਣੇ ਤਰੀਕੇ ਨਾਲ, ਬੜੇ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾਉਣ ਜਾ ਰਿਹਾ ਵੀ ਜੋ ਇਹ ਕਿਸਾਨ ਵਿਰੋਧੀ ਨੀਤੀ ਸਰਕਾਰ ਅਪਲਾਈ ਕਰਨ ਜਾ ਰਹੀ ਆ, ਉਹਦਾ ਇੱਕ ਕਿਸਾਨ ਅਤੇ ਤੁਹਾਡੇ ਜੀਵਨ ਵਿੱਚ ਕੀ ਅਸਰ ਹੋਏਗਾ, ਇਹ ਤੁਸੀਂ ਡਿਸਾਈਡ ਕਰਨਾ ਕਿ ਵਾਕਿਆ 'ਚ ਇਹ ਕਿਸਾਨ ਦੇ ਫਾਇਦੇ ਦੀਆਂ ਗੱਲਾਂ ਨੇ ਜਾਂ ਨੁਕਸਾਨ ਦੀਆਂ ਗੱਲਾਂ ਨੇ। ਜੋ ਆਰਡੀਨੈਂਸ, 3 ਤਰ੍ਹਾਂ ਦੇ ਆਰਡੀਨੈਂਸ ਸਰਕਾਰ ਨੇ ਜੋ ਬਣਾਏ ਹੈ, ਇਹ ਜਦੋਂ ਤੁਹਾਨੂੰ ਸਿੰਪਲ ਭਾਸ਼ਾ 'ਚ ਜਦੋਂ ਤੁਹਾਨੂੰ ਸਮਝਾਏ ਜਾਣਗੇ ਤਾਂ ਤੁਹਾਨੂੰ ਇਸ ਚੀਜ਼ ਦਾ ਆਈਡੀਆ ਹੋਏਗਾ ਕਿ ਇਹ ਕਿਸਾਨ ਵਿਰੋਧੀ ਨੇ ਜਾਂ ਆਮ ਜਨਤਾ ਦੇ ਵਿਰੋਧੀ ਨੇ ਜਾਂ ਪਕਸ਼ ਵਿੱਚ ਨੇ। ਜਦੋਂ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਤੁਹਾਨੂੰ ਬੜੇ ਹੀ ਆਸਾਨ ਤਰੀਕੇ ਨਾਲ ਸਮਝਾਉਣਾ। ਇਹ ਹੈ ਕਿ ਸਰਕਾਰ ਨੇ 3 ਤਰ੍ਹਾਂ ਦੇ ਆਰਡੀਨੈਂਸ ਜਿਹੜੇ ਹੈਗੇ ਆ ਪਾਸ ਕੀਤੇ ਆ, ਜੋ ਕਿ ਬਹੁਤ ਜਲਦ ਕਾਨੂੰਨ ਬਣ ਜਾਣਗੇ। ਇਹ ਕਿਸਾਨੀ ਨਾਲ ਰਿਲੇਟਡ ਨੇ, ਫਾਰਮਿੰਗ ਨਾਲ ਰਿਲੇਟਡ ਨੇ। ਅਤੇ ਫਾਰਮਿੰਗ ਅੱਜ ਦੇ ਸਮੇਂ ਵਿੱਚ ਇੱਕ ਅਜਿਹਾ ਮੁੱਦਾ ਕਿ ਜਿਸ ਇਨਸਾਨ ਕੋਲ ਅਨਾਜ ਹੈ, ਕਿ ਜਿਸ ਕੰਟਰੀ ਕੋਲ ਅਨਾਜ ਹੈ, ਜਿਸ ਕੰਟਰੀ ਕੋਲ ਬੁਨਿਆਦੀ ਜ਼ਰੂਰਤਾਂ ਅਗਰ ਉਹ ਪ੍ਰਫੁੱਲ ਹੈ, ਤਾਂ ਉਹ ਕਿਸੇ ਵੀ ਕੰਟਰੀ ਦੀ ਆਪਣੀ ਨਿਯਮਾਂ ਦੇ ਹਿਸਾਬ ਨਾਲ ਉਸ ਨੂੰ ਮੋਡੀਫਾਈ ਕਰਕੇ ਉਸ ਨੂੰ ਆਪਣੀ ਫਸਲਾਂ, ਆਪਣੇ ਅਨਾਜ ਵੇਚ ਸਕਦਾ ਆਪਣੀ ਨੀਤੀਆਂ ਦੇ ਅਨੁਸਾਰ। ਪਰ ਸਾਡੀ ਸਰਕਾਰ ਅਜਿਹੀ ਇੱਕ ਠੋਸ ਨੀਤੀ ਬਣਾਉਣ ਦੀ ਬਜਾਏ ਇੱਕ ਅਜਿਹੇ ਬੇਤੁਕੇ ਆਰਡੀਨੈਂਸ ਜਿਹੜੇ ਹੈਗੇ ਲੈ ਕੇ ਆ ਰਹੀ ਆ, ਜਿਹੜੇ ਕਿ ਬੇਤੁਕੇ ਨੇ, ਜਿਹਦਾ ਕੋਈ ਮਤਲਬ ਨਹੀਂ, ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਤਾਂ ਪ੍ਰਭਾਵਿਤ ਕਰਨਗੇ ਹੀ, ਲੇਕਿਨ ਆਮ ਜਨਤਾ ਨੂੰ ਕਿੰਨਾ ਪ੍ਰਭਾਵਿਤ ਕਰਨਗੇ ਉਹ ਤੁਹਾਨੂੰ ਆਉਣ ਵਾਲੇ 3-4 ਸਾਲਾਂ 'ਚ ਪਤਾ ਚੱਲੂ। ਸ਼ਾਇਦ ਇਮੀਡੀਏਟਲੀ ਤੁਹਾਨੂੰ ਇਸ ਚੀਜ਼ ਦਾ ਪਤਾ ਨਾ ਚੱਲ ਸਕੇ ਵੀ ਇਹ ਹੈ ਕੀ, ਬੇਸਿਕਲੀ ਕੀ ਆ ਆਰਡੀਨੈਂਸ, ਕੀ ਕਿਸਾਨ ਸੜਕਾਂ 'ਤੇ ਝੋਲੇ ਚੱਕ ਕੇ ਘੁੰਮ ਰਹੇ ਨੇ, ਵਿਹਲੇ ਆ ਇਹ? ਨਹੀਂ ਜਨਾਬ, ਇਸ ਦਾ ਅਸਰ ਹਰ ਇੱਕ ਇਨਸਾਨ 'ਤੇ ਪਹੁੰਚੇਗਾ। ਉਹ ਤੁਸੀਂ ਅੱਗੇ ਦੇਖੋਗੇ। 3 ਤਰ੍ਹਾਂ ਦੇ ਆਰਡੀਨੈਂਸ ਨੇ। ਗੱਲ ਨੂੰ ਬਹੁਤਾ ਲੰਬੇ ਨਾ ਕਰਦੇ ਹੋਏ, 3 ਤਰ੍ਹਾਂ ਦੇ ਆਰਡੀਨੈਂਸ ਨੇ। ਪਹਿਲਾ ਆਰਡੀਨੈਂਸ ਇਹ ਹੈ ਕਿ 1 ਨੇਸ਼ਨ 1 ਮਾਰਕੀਟ। ਗੌਰਮੈਂਟ ਕਹਿ ਰਹੀ ਹੈ ਕਿ 1 ਨੇਸ਼ਨ 1 ਮਾਰਕੀਟ ਇੱਕ ਆਰਡੀਨੈਂਸ ਹੋਏਗਾ ਜਿਹਦੇ ਅੰਡਰ ਕਿਸਾਨ ਇੱਕ ਮੰਡੀਕਰਨ ਦੇ ਥਰੂ ਆਪਣੀ ਫਸਲ ਵੇਚੇਗਾ। ਦੂਜਾ ਆਰਡੀਨੈਂਸ ਹੈ ਐਸੈਂਸ਼ੀਅਲ ਕਮੋਡਿਟੀ ਦਾ। ਜਿਹੜੀਆਂ ਜ਼ਰੂਰੀ ਵਸਤਾਂ ਰੋਜ਼ਾਨਾ ਜੀਵਨ ਵਿੱਚ ਸਾਨੂੰ ਚਾਹੀਦੀਆਂ ਹੁੰਦੀਆਂ ਨੇ, ਉਹਦੇ ਲਈ ਇੱਕ ਲਾਅ ਹੈਗਾ।
ਇੱਕ ਆਰਡੀਨੈਂਸ ਹੈਗਾ। ਅਤੇ ਥਰਡ ਵਨ ਹੈਗਾ ਕੰਟਰੈਕਚੁਅਲ ਫਾਰਮਿੰਗ ਦਾ, ਕੰਟਰੈਕਟ 'ਤੇ ਫਾਰਮਿੰਗ। ਪਹਿਲੀ ਗੱਲ ਮੈਂ ਇਹ ਦੱਸਣਾ ਚਾਹੁੰਦਾ, ਇਹ ਕੋਈ ਨया ਕਿਸੇ ਤਰ੍ਹਾਂ ਦਾ ਕੁਛ ਨਹੀਂ ਹੈਗਾ। ਇਹਦੇ 'ਚ ਜੇ ਸਰਕਾਰ ਸੋਚੇ ਕਿ ਉਹ ਬਹੁਤ ਤੀਸਮਾਰ ਖਾਂ ਕੁਛ ਬਣਨ ਜਾ ਰਹੇ ਆ, ਬਹੁਤ ਜ਼ਿਆਦਾ ਕਿਸਾਨਾਂ ਲਈ ਇੱਕ ਰੈਵੋਲਿਊਸ਼ਨਰੀ ਸਟੈਪ ਲੈਣ ਜਾ ਰਹੇ, ਇੱਦਾਂ ਦਾ ਕੁਛ ਨਹੀਂ ਹੈਗਾ। ਇਹ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਆਈਆਂ, ਕੋਈ ਨਈ ਚੀਜ਼ ਇਹਦੇ ਵਿੱਚ ਕੁਛ ਨਹੀਂ ਹੈਗੀ। ਮੈਂ ਤੁਹਾਨੂੰ ਆਪਣੇ ਤਰੀਕੇ ਨਾਲ ਦੱਸਦਾ। ਆਹ TV ਚੈਨਲਾਂ ਨੇ ਤਾਂ ਦੇ ਦੜਾਦੜ ਨਿਊਜ਼ 'ਤੇ ਨਿਊਜ਼ ਲਾਈ ਹੋਈ ਆ ਵੀ ਕਿਸਾਨ 2022 ਤੱਕ ਕਰੋੜਪਤੀ ਹੋ ਜਾਣਗੇ, ਹਵਾਈ ਜਹਾਜ਼ 'ਚ ਘੁੰਮਿਆ ਕਰਨਗੇ, ਕਿਸਾਨਾਂ ਦੀ ਹੋ ਜੂਗੀ ਇਨਕਮ ਦੁੱਗਣੀ, ਫਲਾਣਾ ਤਿਨਕਾ ਪਤਾ ਨਹੀਂ ਕੀ ਲੱਲੇ ਭੱਬੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੀ ਅਸਲੀਅਤ ਕੀ ਆ। ਅਸਲੀਅਤ ਦੇ ਤੁਸੀਂ ਖੁਦ ਰਿਅਲਾਈਜ਼ ਕਰੋਗੇ ਕਿ ਵਾਕਈ 'ਚ ਇਹ ਚੀਜ਼ ਹੋਏਗੀ। ਇਹ ਕਾਮਨ ਸੈਂਸ ਦੀ ਗੱਲ ਹੈ। ਕਾਮਨ ਬੰਦਾ ਵੀ ਇਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦਾ ਜਦੋਂ ਆਪਾਂ ਨੂੰ ਸਮਝਾਈਏ, ਫੇਸ ਟੂ ਫੇਸ ਬੈਠੀਏ, ਇਹਨੂੰ ਸਮਝਾਈਏ ਕਿ ਯਾਰ ਇਹ ਗੱਲ ਇੱਦਾਂ, ਇਹਨੂੰ ਸਮਝਣ ਦੀ ਕੋਸ਼ਿਸ਼ ਕਰ। ਆਰਡੀਨੈਂਸ ਨੰਬਰ 1 ਜਿਹਦੀ ਮੈਂ ਗੱਲ ਕਰ ਰਿਹਾ ਕਿ ਵਨ ਨੈਸ਼ਨ ਵਨ ਮਾਰਕੀਟ। ਪਹਿਲਾਂ ਕੀ ਸਿਸਟਮ ਹੁੰਦਾ, ਪਹਿਲਾਂ ਹੁਣ ਕੀ ਸਿਸਟਮ ਹੈ ਸਾਡੇ ਦੇਸ਼ 'ਚ? APMC ਇੱਕ ਮੰਡੀਕਰਨ ਸਿਸਟਮ ਹੁੰਦਾ। ਉਹ ਸਟੇਟ ਦੇ ਹਿਸਾਬ ਨਾਲ ਸਟੇਟ ਆਪਣੀ ਪਰਚੇਜ ਕਰਦੀ ਆ, ਜੋ ਕਿ ਸੈਂਟਰ ਗੌਰਮੈਂਟ ਦੇ ਥਰੂ ਪਰਚੇਜ ਹੁੰਦੀ ਆ। ਅਤੇ FCI ਦੇ ਗੋਡਾਊਨਸ 'ਚ ਜਿਹੜੀ ਹੈਗੀ ਆ ਉਹ ਆਪਾਂ ਪ੍ਰੋਕਿਓਰਮੈਂਟ ਕਰਦੇ ਹੈਗੇ ਆ ਉਸ ਅਨਾਜ ਦੀ। ਪਰ ਇਸ ਕੈਟਾਗਰੀ 'ਚ ਸਿਰਫ 2 ਤਰ੍ਹਾਂ ਦੇ ਅਨਾਜ ਆਉਂਦੇ ਨੇ, ਜੇ ਪੈਡੀ ਹੋ ਗਿਆ, ਰਾਈਸ ਹੋ ਗਏ, ਝੋਨਾ ਹੋ ਗਿਆ, ਜਾਂ ਵੀਟ ਹੈ, ਕਣਕ ਹੈ ਆਪਣੀ। ਇਸ ਤੋਂ ਇਲਾਵਾ ਬਾਕੀ ਦੀ ਕੋਈ ਫਸਲ ਇਸ ਸਿਸਟਮ 'ਚ ਨਹੀਂ ਆਉਂਦੀ। APMC ਜੋ ਐਕਟ ਮੈਂ ਤੁਹਾਨੂੰ ਕਹਿ ਰਿਹਾ, APMC ਦੇ ਅੰਡਰ ਸਟੇਟ ਨੇ ਆਪਣਾ ਮੰਡੀਕਰਨ ਸਿਸਟਮ ਬਣਾਇਆ ਹੁੰਦਾ। ਸਰਕਾਰ ਕੀ ਕਰਨ ਜਾ ਰਹੀ ਹੈ? ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। APMC ਸਿਸਟਮ ਨੂੰ ਤੋੜ ਕੇ, ਮੰਡੀਕਰਨ ਨੂੰ ਤੋੜ ਕੇ, ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਉਹ ਇੱਕ ਨया ਸਿਸਟਮ ਲੈ ਕੇ ਆ ਰਹੀ ਹੈ ਕਿ ਹੁਣ ਸਰਕਾਰ ਖਰੀਦ ਨਾ ਕਰਕੇ ਕੋਈ ਵੀ ਇਨਸਾਨ ਜਿਸ ਕੋਲ ਪੈਨ ਕਾਰਡ ਹੈ ਉਹ ਐਜ਼ ਏ ਵੈਂਡਰ, ਵਪਾਰੀ ਦੇ ਤੌਰ 'ਤੇ ਫਸਲ ਪਰਚੇਜ ਕਰ ਸਕਦਾ ਅਤੇ ਆਪਣੀ ਕੋਈ ਵੀ ਕ੍ਰੌਪ ਜਿਹੜੀ ਮੰਡੀ ਦੇ ਸਿਸਟਮ 'ਚ ਆਏਗੀ ਉਹ ਪਰਚੇਜ ਕਰੇਗਾ ਅਤੇ ਆਪਣੇ ਹਿਸਾਬ ਨਾਲ ਸਟਾਕ ਕਰੇਗਾ। ਉਹਦਾ ਕੀ ਪ੍ਰਾਈਸਿੰਗ ਹੋਏਗੀ, ਕੀ ਕੁਛ ਨਿਰਧਾਰਤ ਨਹੀਂ ਹੈਗਾ। ਇਹ ਸਿਸਟਮ ਮਤਲਬ ਉਦੋਂ ਪਤਾ ਲੱਗੂਗਾ ਕਿ ਜਦੋਂ ਇਨੀਸ਼ੀਅਲੀ ਇਸ ਲਾਂਚ ਹੋਊਗਾ। ਆਮ ਫਾਰਮਰ ਜਿਹੜਾ ਹੈਗਾ ਫਸਲ ਮੰਡੀ 'ਚ ਲੈ ਕੇ ਜਾਊਗਾ, ਉਹ ਦੇਖੇਗਾ ਕਿ ਜਿਹੜੀ APMC ਸਿਸਟਮ ਦੇ ਅੰਡਰ ਮੰਡੀਕਰਨ ਦੇ ਅੰਦਰ ਸਾਨੂੰ ਪ੍ਰਾਈਸ ਜਿਹੜਾ 100 ਰੁਪਏ ਘੱਟ ਮਿਲ ਰਿਹਾ, ਬਾਹਰ ਸਾਨੂੰ ਜ਼ਿਆਦਾ ਮਿਲ ਰਿਹਾ। ਉਹ ਅਟਰੈਕਟਿਵ ਹੋ ਕੇ ਉਹ 1-2 ਸਾਲ ਲਈ ਤਾਂ ਉਹ 100 ਰੁਪਏ ਪਿੱਛੇ ਆਪਣੀ ਫਸਲ ਵੇਚੇਗਾ ਉਹਨਾਂ ਨੂੰ। ਬਟ ਟਾਈਮ ਬੀਇੰਗ ਗੌਰਮੈਂਟ ਕੀ ਕਰੇਗੀ? ਮੰਡੀਕਰਨ ਸਿਸਟਮ ਨੂੰ ਬਰਬਾਦ ਕਰ ਦੇਗੀ, ਤਬਾਹ ਕਰ ਦੇਗੀ ਅਤੇ ਉਹ ਬੈਕਆਊਟ ਕਰ ਜੇਗੀ, ਕਿਉਂਕਿ ਗੌਰਮੈਂਟ ਚਾਹੁੰਦੀ ਹੈ ਕਿ ਅਸੀਂ ਆਪਦੀ ਜ਼ਿੰਮੇਵਾਰੀਆਂ ਤੋਂ ਭੱਜ ਜਾਈਏ। ਤਾਂ ਜਿਹੜਾ ਪ੍ਰਾਈਵੇਟ ਵੈਂਡਰ ਹੋਏਗਾ, ਪ੍ਰਾਈਵੇਟ ਕੰਪਨੀ ਹੋਏਗੀ, ਵਪਾਰੀ ਹੋਏਗਾ, ਫਿਰ ਉਹਨੂੰ ਖੁੱਲ੍ਹੀ ਛੁੱਟੀ ਮਿਲ ਜਾਏਗੀ। ਉਹ ਆਪਣੇ ਤਰੀਕੇ ਨਾਲ ਫਸਲ ਨੂੰ ਖਰੀਦੇਗਾ, ਜੋ ਰੇਟ ਲਗਾਉਣਾ ਆਪਣੇ ਤਰੀਕੇ ਨਾਲ ਰੇਟ ਲਗਾਏਗਾ। ਉਹ ਕਿੰਨੇ ਕੁ ਵੈਂਡਰ ਹੋਣਗੇ, ਕਿੰਨੇ ਕੁ ਵਪਾਰੀ ਹੋਣਗੇ? ਜਿੰਨੇ ਵੀ ਵਪਾਰੀ ਹੋਣਗੇ ਉਹ ਆਪਣਾ ਆਪਸ 'ਚ ਗੱਠਜੋੜ ਕਰਨਗੇ। ਜਦੋਂ ਕਿਸਾਨ ਦੀ ਫਸਲ ਆਇਆ ਕਰੂ ਤਾਂ ਆਪਣੇ ਤਰੀਕੇ ਨਾਲ ਆਪਣਾ ਰੇਟ ਸੈੱਟ ਕਰਕੇ, ਤਰ੍ਹਾਂ ਦੀਆਂ ਉਹਨਾਂ ਨੇ ਪ੍ਰੋਬਲਮਸ ਫਸਲ 'ਚ ਦੱਸ ਕੇ ਕਿ ਤੁਹਾਡਾ ਦਾਣਾ ਇਹ ਹੈ ਜੀ, ਤੁਹਾਡੇ ਦਾਣੇ 'ਚ ਸ਼ਾਈਨਿੰਗ ਨਹੀਂ ਹੈ, ਇਹ ਛੋਟਾ, ਇਹ ਵੱਡਾ, ਇਹਦੇ ਵਿੱਚ ਇਹ ਰਲਿਆ ਹੋਇਆ, ਫਲਾਣਾ ਰਲਿਆ ਹੋਇਆ, ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣਾ ਰੇਟ ਲਗਾਇਆ ਕਰਨਾ। ਕਿਉਂਕਿ ਪਿੱਛੇ ਗੌਰਮੈਂਟ ਨੇ ਤਾਂ ਹੱਥ ਖੜ੍ਹੇ ਕਰ ਜਾਣੇ ਆਪਣੇ। ਗੌਰਮੈਂਟ ਇਸ ਸਿਸਟਮ ਤੋਂ ਭੱਜਣਾ ਚਾਹੁੰਦੀ ਹੈ ਕਿ ਇੱਕ ਵਾਰ ਇਹ ਸਿਸਟਮ ਨੂੰ ਅੱਗੇ ਇੰਟਰੋਡਿਊਸ ਕਰ ਦਈਏ। ਲੋਕ ਕੀ ਹੈ, ਲੋਕ ਸੋਚਣਗੇ ਕਿ ਹਾਂਜੀ ਸਾਡੇ ਫਸਲ ਦੇ ਅੱਛੇ ਦਾਮ ਮਿਲ ਰਹੇ ਆ, ਕਿਉਂਕਿ ਸਰਕਾਰੀ ਮੰਡੀ ਤੋਂ ਤਾਂ ਬਿਹਤਰ ਸਾਨੂੰ ਜਿਹੜੇ ਦਾਮ ਹੈਗੇ ਆ ਬਾਹਰ ਮਿਲ ਰਹੇ ਆ। ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ। ਠੀਕ ਹੈ, ਜਦੋਂ ਇਹ ਸਿਸਟਮ 'ਚ ਪ੍ਰਾਈਵੇਟ ਕੰਪਨੀਜ਼ ਆ ਜਾਣਗੀਆਂ, ਇਹ ਆਪਣੇ ਤਰੀਕੇ ਨਾਲ ਜਿਹੜਾ ਹੈਗਾ ਜਿਹੜੀ ਪਰਚੇਜ ਉਹ ਕਰਨਗੇ। ਠੀਕ ਹੈ, ਨੁਕਸਾਨ ਕੀ ਆ? ਜਦੋਂ ਆਮ ਤੌਰ 'ਤੇ ਫਸਲ ਆਮ ਮੰਡੀਆਂ ਵਿੱਚ ਆਏਗੀ, ਉਦੋਂ ਇਹਨਾਂ ਨੇ ਗੱਠਜੋੜ ਕਰਕੇ ਇਸ ਨੂੰ ਘੱਟ ਤੋਂ ਘੱਟ ਪ੍ਰਾਈਸ 'ਤੇ ਖਰੀਦਿਆ ਕਰਨਗੇ, ਆਪਦੀ ਸਟਾਕ ਕਰ ਲਿਆ ਕਰਨਗੇ। ਨੰਬਰ 1 ਇਹ ਤਾਂ ਹੋ ਗਿਆ ਇੱਕ ਗੱਲ। ਦੂਜਾ, ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਸੀਗਾ, ਜਿਹੜਾ ਪਹਿਲਾਂ 1955 'ਚ ਆਈ ਥਿੰਕ ਇਹ ਜਿਹੜਾ ਹੈਗਾ ਇਹ ਐਕਟ ਬਣਿਆ ਸੀਗਾ, ਜਿਹਦੇ ਅੰਡਰ ਇਹ ਸੀਗਾ
कि कोई भी वेंडर, कोई भी ਵਪਾਰੀ ਇੱਕ ਨਿਰਧਾਰਿਤ ਸਟਾਕ ਤੋਂ ਇਲਾਵਾ ਕੋਈ ਵੀ ਫਸਲ, ਕੋਈ ਵੀ ਕ੍ਰੌਪ ਨਹੀਂ ਉਹ ਜਿਹੜਾ ਹੈਗਾ ਸਟੋਰ ਕਰ ਸਕਦਾ। ਪਹਿਲਾਂ ਇੱਕ ਨਿਯਮ ਸੀ, ਜੇਕਰ ਕੋਈ ਕਰਦਾ ਵੀ ਆ ਤਾਂ ਲੀਗਲੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਉਹਦੇ 'ਤੇ ਰੇਡ ਕਰਕੇ ਉਹਨੂੰ ਦੰਡ ਦੇ ਸਕਦਾ ਹੈ ਵੀ ਤੂੰ ਬਈ ਇਹ ਕਿੱਦਾਂ ਸਟਾਕ ਕਰ ਲਿਆ ਇਹ ਚੀਜ਼। ਪਰ ਇਹ ਸੈਕਿੰਡ ਨੰਬਰ ਜਿਹੜਾ ਆਰਡੀਨੈਂਸ ਹੈ, ਇਹਦੇ ਥਰੂ ਜਿਹੜੀ ਗੌਰਮੈਂਟ ਹੈ ਇਹਨੂੰ ਖ਼ਤਮ ਕਰਨ ਜਾ ਰਹੀ ਆ। ਤਾਂ ਉਹਦੇ 'ਚ ਕੀ ਹੋਏਗਾ ਕਿ ਕੋਈ ਵੀ ਵਪਾਰੀ, ਪ੍ਰਾਈਵੇਟ ਕੰਪਨੀ ਅਨਲਿਮਟਿਡ ਸਟਾਕ ਜਿਹੜਾ ਹੈਗੀ ਆ ਉਹ ਇੱਕ ਜ਼ਖੀਰਾ, ਇੱਕ ਖਜ਼ਾਨਾ ਅਨਾਜ ਦਾ ਆਪਣੇ ਹੱਥਾਂ 'ਚ ਲੈ ਸਕਦੇ ਆ। ਜਦੋਂ ਦਾ ਆਮ ਫਸਲ ਮੰਡੀਆਂ 'ਚ ਆਏਗੀ ਉਹ ਘੱਟ ਦਾਮਾਂ 'ਤੇ ਉਹ ਜ਼ਖੀਰੇ ਨੂੰ ਖਰੀਦਣਗੇ, ਅਨਾਜ ਨੂੰ ਖਰੀਦਣਗੇ, ਆਪਣੇ ਸਟੋਰਾਂ 'ਚ ਸਟਾਕ ਕਰਨਗੇ। ਉਸ ਤੋਂ ਬਾਅਦ ਇਹ ਸ਼ੋਅ ਆਫ ਕਰਨਗੇ ਕੁਝ ਸਮੇਂ ਬਾਅਦ ਕਿ ਅਕਾਲ ਪੈ ਗਿਆ ਜੀ, ਫਸਲ ਦੀ ਕਮੀ ਆ, ਹੁਣ ਜਿਹੜਾ ਇਹ ਪ੍ਰਾਈਸ ਜਿਹੜਾ ਹੈਗੀ ਆ ਹਾਈਕ ਹੋਏਗੀ। ਜਿਹੜੀ ਚੀਜ਼ ਤੁਸੀਂ 1000 'ਚ, ਜਿਹੜੀ ਇੱਕ ਫਾਰਮਰ ਨੇ 1000 'ਚ ਵੇਚੀ ਆ, ਉਹ ਸ਼ਾਇਦ 2000 'ਚ ਤੁਹਾਨੂੰ ਪਰ ਕੁਆਂਟਲ ਬਾਹਰ ਆਵੇ, 3000 'ਚ ਪਰ ਕੁਆਂਟਲ ਬਾਹਰ ਆਵੇ, ਜਾਂ 4000 'ਚ। ਉਹ ਫਿਰ ਉਹਨਾਂ ਦੀ ਦਾਦਾਗਿਰੀ ਹੋਏਗੀ, ਕਿਉਂਕਿ ਉਹਨਾਂ ਨੂੰ ਲੀਗਲੀ ਆਥੋਰਾਈਜ਼ਡ ਨੇ, ਪ੍ਰਾਈਵੇਟ ਕੰਪਨੀ ਆਥੋਰਾਈਜ਼ਡ ਹੈ ਕਿ ਉਹ ਆਪਣਾ ਸਟਾਕ ਜਿਹੜਾ ਹੈਗਾ ਮੈਕਸਿਮਮ ਟੂ ਮੈਕਸਿਮਮ ਸਟਾਕ ਕਰ ਸਕਦੀ ਆ। ਜਿੰਨੀ ਮਰਜ਼ੀ ਪਰਚੇਜ ਕਰਕੇ ਉਹ ਆਪਣੇ ਗਡਾਊਨ 'ਚ ਜਿਹੜੀ ਜਮ੍ਹਾਂ ਕਰ ਲੇ। ਉਹ ਆਮ ਲੋਕਾਂ ਤੱਕ, ਕਿਸਾਨ ਤੋਂ ਤਾਂ 1000 ਨੂੰ ਜਾਏਗੀ, ਕਿਸਾਨ ਨੂੰ ਤਾਂ ਮਿਨੀਮਮ ਟੂ ਮਿਨੀਮਮ ਪ੍ਰਾਈਸ 'ਤੇ ਜੇ ਖਰੀਦਣਗੇ। ਪਰ ਜਦੋਂ ਆਮ ਲੋਕਾਂ ਨੂੰ ਉਸ ਫਸਲ ਦੀ ਜ਼ਰੂਰਤ ਹੋਏਗੀ, ਅਨਾਜ ਦੀ ਜ਼ਰੂਰਤ ਹੋਏਗੀ, ਡਬਲ, ਟ੍ਰਿਪਲ, ਫੋਰਥ, ਪਤਾ ਨਹੀਂ ਕਿੰਨੇ ਕੁ ਗੁਣਾ ਉਹ ਮਾਰਜਨ ਆਪਣਾ ਕਰਕੇ ਤੁਹਾਡੇ ਤੱਕ ਫਸਲਾਂ ਪਹੁੰਚਾਉਣਗੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਇੱਦਾਂ ਦਾ ਕੋਈ ਆਰਡੀਨੈਂਸ ਇਹ ਕਿਸਾਨਾਂ ਲਈ ਜਾਂ ਆਮ ਜਨਤਾ ਲਈ ਬੈਨੀਫਿਟ ਕਰ ਸਕਦਾ ਕੋਈ ਕਿਸੇ ਤਰ੍ਹਾਂ ਦਾ। ਤੀਜਾ ਜਿਹੜਾ ਆਰਡੀਨੈਂਸ ਹੈ ਉਹ ਮੈਂ ਬਾਅਦ 'ਚ ਗੱਲ ਕਰਦਾ, ਤੁਹਾਨੂੰ ਦੱਸਦਾ ਉਹਦੇ ਬਾਰੇ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਜਿਹੜਾ ਹੈਗਾ ਕਰੋਨਾ ਟਾਈਮ ਚੱਲ ਰਿਹਾ, ਮੈਂ ਸਮਝਦਾ ਮਹਾਂਮਾਰੀ ਹੈ, ਅਕਾਲ ਦੀ ਹੀ ਸਿਚੁਏਸ਼ਨ ਬਣੀ ਹੋਈ ਆ। 47% ਜਿੱਥੋਂ ਤੱਕ ਮੈਨੂੰ ਪਤਾ 47% ਜਿਹੜੀ ਕੰਟਰੀਬਿਊਸ਼ਨ ਪੰਜਾਬ ਦੀ ਸੀਗੀ, ਜਿੰਨੀ ਵੀ ਅਨਾਜ ਦੀ ਡਿਸਟਰੀਬਿਊਸ਼ਨ ਆਲ ਓਵਰ ਇੰਡੀਆ ਹੋਈ ਆ। 25% ਜਿਹੜੀ ਹੈਗੀ ਆ ਹਰਿਆਣਾ ਦੀ ਸੀਗੀ ਕੰਟਰੀਬਿਊਸ਼ਨ, ਜਿੰਨੀ ਵੀ FCI ਦੇ ਥਰੂ ਜਿੰਨੀ ਵੀ ਆਲ ਓਵਰ ਇੰਡੀਆ ਡਿਸਟਰੀਬਿਊਸ਼ਨ ਹੋਈ ਆ ਅਨਾਜ ਦੀ, 47% ਪੰਜਾਬ ਦੀ ਸੀਗੀ। ਉਹ ਕਿਉਂ ਪੋਸੀਬਲ ਹੋ ਸਕੀ? ਕਿਉਂਕਿ ਗੌਰਮੈਂਟ ਕੋਲ ਆਪਣਾ ਸਟਾਕ ਸੀ। ਜੇਕਰ ਇਹ ਸਾਰਾ ਸਟਾਕ ਪ੍ਰਾਈਵੇਟ ਕੰਪਨੀਆਂ ਦੇ ਹੱਥ ਹੋਵੇ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿਸ ਕਦਰ ਭੁੱਖਮਰੀ, ਗਰੀਬੀ 'ਚ ਜੂਝ ਰਹੇ ਲੋਕ ਭੁੱਖਮਰੀ ਦੀ ਹਾਲਤ 'ਚ ਮਰਦੇ, ਇੰਨਾ ਬਿਮਾਰੀ ਨਾਲ ਨਾ ਮਰਦੇ। ਸਰਕਾਰ ਦੀ ਜ਼ਿੰਮੇਵਾਰੀ ਆ ਆਪਣੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਫੂਡ ਤਾਂ ਪ੍ਰੋਵਾਈਡ ਕਰਾਉਣਾ, ਖਾਣਾ ਤਾਂ ਪ੍ਰੋਵਾਈਡ ਕਰਾਉਣਾ। ਪਰ ਆਉਣ ਵਾਲੇ ਸਮੇਂ 'ਚ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀ ਆ। ਮੇਰਾ ਇਹ ਸਮਝ ਲਓ ਕਿ ਰਿਪਲਾਈ ਆ, ਜਵਾਬ ਆ ਉਹ ਵਾਈਟ ਕਾਲਰ ਬੰਦਿਆਂ ਨੂੰ, ਜਿਹੜੇ AC ਰੂਮ 'ਚ ਬੈਠ ਕੇ ਨੀਤੀਆਂ ਤਾਂ ਬਣਾ ਦਿੰਦੇ ਆ, ਪਰ ਗਰਾਊਂਡ ਰਿਪੋਰਟ ਉਹਨਾਂ ਨੂੰ ਪਤਾ ਨਹੀਂ ਹੁੰਦੀ। ਅੱਜ ਇੱਕ ਆਮ ਆਦਮੀ ਸਬਜ਼ੀਆਂ, ਫਲ ਨਹੀਂ ਖਰੀਦ ਸਕਦਾ, ਉਹਦੀ ਅਪਰੋਚ ਤੋਂ ਬਾਹਰ ਨੇ ਉਹ ਚੀਜ਼ਾਂ। ਸਬਜ਼ੀਆਂ ਨਹੀਂ ਖਰੀਦ ਸਕਦਾ, ਫਲ ਨਹੀਂ ਖਰੀਦ ਸਕਦਾ ਕੋਈ ਆਪਦੇ ਬੱਚਿਆਂ ਲਈ। ਪਰ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਦੇ ਬੱਚਿਆਂ ਲਈ ਦਾਣੇ ਦਾਣੇ ਨੂੰ ਵੀ ਤਰਸੋਗੇ, ਜਦੋਂ ਤੁਹਾਨੂੰ ਗੇਹੂੰ, ਅਨਾਜ, ਜਿਹੜੇ ਚਾਵਲ ਹੈ ਉਹ ਤੁਹਾਨੂੰ ਦੁੱਗਣੀਆਂ, ਤਿੱਗਣੀਆਂ, ਚੌਗਣੀਆਂ ਕੀਮਤਾਂ 'ਤੇ ਮਿਲਣਗੇ। ਉਹ ਕੋਈ ਦਿਨ ਦੂਰ ਨਹੀਂ, ਗੱਲ 2-3 ਸਾਲਾਂ ਦੀ ਹੈ, ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈਗੀ। ਤਾਂ ਇਹ ਵਾਈਟ ਕਾਲਰ ਬੰਦੇ ਬਣਾਈ ਜਾਂਦੇ ਨੇ, ਕਰੀ ਜਾਂਦੇ ਨੇ ਨਿਊਜ਼ ਚੈਨਲਾਂ 'ਤੇ ਹੋਊਗੀ ਕਿਸਾਨਾਂ ਦੀ ਆਮਦਨ ਦੁੱਗਣੀ ਤਿੱਗਣੀ, ਕਿਸਾਨ ਹੋ ਜਾਣਗੇ ਮਾਲੋ ਮਾਲ। ਵੀ ਕਿਸਾਨ ਬਸ ਹਵਾਈ ਜਹਾਜ਼ 'ਤੇ ਉੱਡਣ ਵਾਲੇ ਨੇ, ਹੁਣ ਇੰਨੀ ਕੁ ਆਮਦਨ ਕਿਸਾਨਾਂ ਨੂੰ ਹੋ ਜਾਣੀ ਆ। ਕਿਉਂ ਬੇਵਕੂਫ ਬਣਾਉਂਦੇ ਹੋ ਦੁਨੀਆ ਦਾ ਯਾਰ? ਚਾਹੁੰਦੇ ਕਿਉਂ ਹੋ ਤੁਸੀਂ? ਕਿਸਾਨ ਤਾਂ ਪਹਿਲਾਂ ਹੀ ਬਰਬਾਦ ਸੀ। ਆਹ ਜਿਹੜੇ ਆਰਡੀਨੈਂਸ ਤੁਸੀਂ ਲੈ ਕੇ ਆਓਗੇ, ਇਹਦੇ ਨਾਲ ਹੋਰ ਬਰਬਾਦੀ ਦੇ ਰਾਸਤੇ 'ਤੇ ਕਿਸਾਨ ਤੁਰੇਗਾ। ਤੀਜਾ ਆਰਡੀਨੈਂਸ ਜਿਹੜਾ ਹੈਗਾ, ਇਹ ਹੈਗਾ ਕੰਟਰੈਕਚੁਅਲ ਫਾਰਮਿੰਗ ਦਾ। ਕੰਟਰੈਕਟ ਫਾਰਮਿੰਗ ਦਾ ਇਹ ਕੀ ਫਾਰਮਿੰਗ ਹੈ, ਕੀ ਇਹ ਨया ਕੀ ਹੈ? ਇਸ ਵਿੱਚ ਆਲਰੇਡੀ ਪਤਾ ਨਹੀਂ ਕਿੰਨੇ ਜਗ੍ਹਾ ਕੰਟਰੈਕਟ ਫਾਰਮਿੰਗ ਹੋ ਰਹੀ ਆ।
ਤੁਸੀਂ ਕੋਈ ਕੀ ਨਿਆਂ ਕਰਨ ਜਾ ਰਹੇ ਹੋ? ਇਸ 'ਚ ਸਾਨੂੰ ਪਤਾ ਹੈ, ਇਸ ਫੰਡੇ ਦਾ ਵੀ ਸਾਨੂੰ ਪਤਾ ਕਰੋ ਜਿਹੜੇ ਲੋਕ ਕੰਟਰੈਕਟਿੰਗ ਫਾਰਮਿੰਗ ਕਰਦੇ ਸੀ ਉਹਨਾਂ ਦੀ ਹਾਲਤ ਕੀ ਆ। ਕੋਈ ਪੇਮੈਂਟਾਂ ਨਹੀਂ ਹੋਈਆਂ। ਕਿੰਨੇ ਹੀ ਕੇਸ ਸਿਵਲ ਕੋਰਟਾਂ 'ਚ ਚੱਲ ਰਹੇ ਆ, SDMਾਂ ਕੋਲ ਚੱਲ ਰਹੇ ਆ, ਕਿੰਨੇ ਹੀ DCਆਂ ਕੋਲ ਕੇਸ ਚੱਲ ਰਹੇ ਆ, ਅੱਜ ਤੱਕ ਉਹਨਾਂ ਦੀ ਪੇਮੈਂਟ ਨਹੀਂ ਹੋਈ। ਸ਼ੂਗਰ ਕੇਨ ਦਾ ਮਸਲਾ ਹੀ ਦੇਖ ਲਓ। ਸ਼ੂਗਰ ਮਿੱਲਾਂ ਕਿਸਾਨਾਂ ਤੋਂ ਗੰਨਾ ਸਟਵਾ ਲੈਂਦੀਆਂ ਨੇ, ਆਪ ਦਾ ਉਹ ਕਰਕੇ ਪ੍ਰੋਸੈਸਿੰਗ ਚੀਨੀ ਗੁੜ ਬਣਾ ਕੇ ਵੇਚ ਦਿੰਦੀਆਂ, ਕਿਸਾਨਾਂ ਨੂੰ ਅੱਜ ਤੱਕ ਪੇਮੈਂਟ ਨਹੀਂ ਹੁੰਦੀ। ਪਤਾ ਨਹੀਂ ਕਿੰਨੇ ਹੀ ਮਸਲੇ ਐਡਮਿਨਿਸਟ੍ਰੇਸ਼ਨ ਕੋਲ ਪਏ ਆ, ਕੋਈ ਲੈਂਦਾ ਉਹਦੀ ਖਬਰ ਲੈਂਦਾ ਕੋਈ? ਤੁਸੀਂ ਇੱਕ ਹੋਰ ਕੰਟਰੈਕਟ ਫਾਰਮਿੰਗ ਤੁਸੀਂ ਕਹਿ ਰਹੇ ਹੋ ਵੀ ਅਸੀਂ ਤੀਰ ਮਾਰਤਾ, ਪਤਾ ਨਹੀਂ ਜਿਹੜਾ ਅੱਜ ਤੱਕ ਕੋਈ ਮਾਰ ਹੀ ਨਹੀਂ ਸਕਿਆ। ਪੁੱਛ ਕੇ ਦੇਖੋ ਕਿ ਜਿਹੜੇ ਕੰਟਰੈਕਟ ਫਾਰਮਿੰਗ ਦੇ ਅੰਡਰ ਐਲੋਵੇਰਾ ਲਗਾਏ ਸੀ ਲੋਕਾਂ ਨੇ ਖੇਤਾਂ 'ਚ, ਉਹਦੇ ਕਿੰਨੇ ਬਰਬਾਦ ਕਰਜ਼ਾਈ ਹੋ ਕੇ ਰਹਿ ਗਏ ਨੇ। ਪੋਲੀ ਫਾਰਮ ਜਿਨ੍ਹਾਂ ਨੇ ਲਗਾਏ ਸੀ ਕਿੰਨੇ ਬਰਬਾਦ ਹੋ ਚੁੱਕੇ ਨੇ ਉਹ ਲੋਕ। ਜਿਹੜੇ ਹੋਰਟੀਕਲਚਰ ਕਰ ਰਹੇ ਸੀਗੇ ਉਹ ਬਰਬਾਦ ਹੋ ਚੁੱਕੇ ਨੇ ਲੋਕ, ਉਹ ਆਪਦੀ ਰੋਟੀ ਤੋਂ ਵੀ ਮੁਹਤਾਜ ਨੇ। ਤੁਸੀਂ ਕਹਿ ਰਹੇ ਸੀ ਹਰਬ ਦੀ ਫਾਰਮਿੰਗ ਕਰਾਂਗੇ, ਐਕਸਪੋਰਟ ਕਰਾਂਗੇ, ਫਲਾਣਾ ਕਰਾਂਗੇ। ਜਾ ਕੇ ਪੁੱਛੋ ਤਾਂ ਸਹੀ ਉਹਨਾਂ ਲੋਕਾਂ ਦੇ ਹਾਲ ਜਿਨ੍ਹਾਂ ਨੇ ਇਹ ਫਾਰਮਿੰਗ ਕੀਤੀ ਸੀ। ਤੁਸੀਂ ਸਾਬਿਤ ਕੀ ਕਰਨਾ ਚਾਹੁੰਦੇ ਹੋ? ਕਿਸਾਨ ਇੱਕ ਮਿਹਨਤਕਸ਼ ਬੰਦਾ ਹੈ, ਮਜ਼ਦੂਰ ਕਿਸਾਨ ਇੱਕ ਮਿਹਨਤਕਸ਼ ਬੰਦਾ ਹੈ। ਸਿਰਫ ਮੈਂ ਨਾਰਥ ਇੰਡੀਅਨ ਫਾਰਮਰਸ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਆਲ ਓਵਰ ਇੰਡੀਆ ਦੇ ਫਾਰਮਰਸ ਦੀ ਗੱਲ ਕਰਦਾ। ਉਹ ਆਪਣੀ ਮਿਹਨਤ ਦੇ ਸਿਰ 'ਤੇ ਪਤਾ ਨਹੀਂ ਵਿਚਾਰਾ ਕਿੰਨੀ ਕੁ ਸਟਰਗਲ ਕਰਕੇ, ਕਿੰਨੇ ਕੁ ਧੱਕੇ ਖਾ ਕੇ ਅਨਾਜ ਉਤਪਾਦ ਕਰ ਰਿਹਾ। ਉਹਨੂੰ ਉਹਦੀ ਸਹੀ ਕੀਮਤ ਵੀ ਨਹੀਂ ਮਿਲ ਪਾ ਰਹੀ, ਤਾਂ ਵੀ ਉਹ ਕੰਮ 'ਤੇ ਲੱਗਿਆ ਹੋਇਆ, ਤਾਂ ਕਿ ਉਹਨੂੰ ਉਮੀਦ ਆ ਵੀ ਚੱਲ ਯਾਰ ਕਦੇ ਤਾਂ ਸਾਡੀ ਜ਼ਿੰਦਗੀ 'ਚ ਸੁਧਾਰ ਹੋਏਗਾ। ਪਰ ਸਰਕਾਰ ਦੀਆਂ ਇਹ ਨੀਤੀਆਂ ਇਹਨਾਂ ਕਿਸਾਨੀ ਨੂੰ, ਫਾਰਮਿੰਗ ਨੂੰ ਬਿਲਕੁਲ ਬਰਬਾਦ ਕਰਨ ਵਾਲੀਆਂ ਨੇ। ਆਉਣ ਵਾਲੇ ਸਮੇਂ 'ਚ ਤੁਹਾਨੂੰ ਲੋਕਾਂ ਨੂੰ ਵੀ ਰਿਅਲਾਈਜ਼ ਹੋਊਗਾ, ਆਮ ਲੋਕਾਂ ਨੂੰ ਵੀ ਰਿਅਲਾਈਜ਼ ਹੋਊਗਾ ਵੀ ਇਹ ਕਿੰਨੀ ਖਤਰਨਾਕ ਪਾਲਿਸੀ ਹੈ ਜਿਹੜੀ ਇਹ ਪਾਸ ਕਰਨ ਜਾ ਰਹੇ ਨੇ। ਲੋਕ ਸੜਕਾਂ 'ਤੇ ਕਿਉਂ ਨੇ, ਕਿਸਾਨ ਸੜਕਾਂ 'ਤੇ ਕਿਉਂ ਨੇ? ਉਹ ਸਿਰਫ ਆਪਣੇ ਲਈ ਨਹੀਂ, ਉਹ ਸਭ ਸਿਸਟਮ ਦੀ ਸੋਚ ਰਹੇ ਨੇ ਉਹ ਕਿ ਅਗਰ ਇਹ ਆਰਡੀਨੈਂਸ ਪਾਸ ਹੋ ਗਏ ਤਾਂ ਕਿਸਾਨੀ ਦੀ ਤਾਂ ਜਿਹੜੀ ਲੁੱਟ ਹੋਊਗੀ, ਆਮ ਬੰਦੇ ਦੀ ਕਿੰਨੀ ਲੁੱਟ ਹੋਊਗੀ ਇਹ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਜਦੋਂ ਇਹ ਸਾਰਾ ਸਿਸਟਮ ਪ੍ਰਾਈਵੇਟ ਹੱਥਾਂ 'ਚ ਚਲਾ ਗਿਆ ਨਾ, ਤਾਂ ਪ੍ਰਾਈਵੇਟ ਲੋਕਾਂ ਨੇ, ਏਜੰਟਾਂ ਨੇ, ਉਹਨਾਂ ਦਾ ਮਕਸਦ ਸਿਰਫ ਇੱਕੋ ਇੱਕ ਹੁੰਦਾ, ਪ੍ਰੋਫਿਟ ਕਮਾਉਣਾ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੂੰ ਘੱਟੋ ਘੱਟ 2 ਟਾਈਮ ਦਾ ਖਾਣਾ ਪ੍ਰੋਵਾਈਡ ਕਰਾਉਣਾ। ਕਿਸ ਚੀਜ਼ ਲਈ ਨੇ ਸਰਕਾਰਾਂ? ਕਿਉਂ ਚੁਣਦੇ ਹਾਂ ਅਸੀਂ ਸਰਕਾਰਾਂ? ਜੇਕਰ ਇੱਦਾਂ ਹੀ ਆ ਫਿਰ ਜੰਗਲ ਰਾਜ ਸਾਨੂੰ ਮਨਜ਼ੂਰ ਹੈ, ਫਿਰ ਸਰਕਾਰਾਂ ਦੀ ਕੀ ਲੋੜ ਹੈ? ਜੋ ਕੁਛ ਹੈਗਾ ਸਿਸਟਮ ਚੱਲੂਗਾ, ਫਿਰ ਆਪਣੇ ਸਰਕਾਰਾਂ ਦੀ ਕੀ ਲੋੜ ਹੈ? ਜੇ ਆਮ ਜਨਤਾ ਨਾਲ, ਗਰੀਬਾਂ ਨਾਲ ਇੰਨਾ ਧੱਕਾ ਹੋਊਗਾ, ਫਿਰ ਸਰਕਾਰਾਂ ਚੁਣਨ ਦੇ ਫਾਇਦੇ ਕੀ ਨੇ? ਅੱਜ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਨੇ ਲੋਕਾਂ ਲਈ, ਕਿਸਾਨਾਂ ਲਈ, ਪਰ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਉਹਨਾਂ 'ਤੇ ਤੰਜ ਕਰਦੇ ਨੇ, ਤੰਜ ਕੱਸਦੇ ਨੇ, ਹੱਸਦੇ ਨੇ। ਇਹ ਵਿਹਲੇ ਨੇ ਵੀ ਘਰ ਤੋਂ ਚੱਕ ਕੇ ਝੋਲਾ ਇਹ ਸੜਕਾਂ 'ਤੇ ਪਹੁੰਚ ਜਾਂਦੇ ਨੇ, ਟ੍ਰੈਫਿਕ ਜਾਮ ਕਰ ਦਿੰਦੇ ਨੇ, ਵਿਹਲੇ ਨੇ ਇਹ। ਪਰ ਜਨਾਬ ਇਹ ਹਰ ਇੱਕ ਇਨਸਾਨ ਦਾ ਮਸਲਾ ਹੈ, ਹਰ ਇੱਕ ਇਸ ਖਿੱਤੇ 'ਚ ਵਸ ਰਹੇ ਹਰ ਇੱਕ ਬੰਦੇ ਦਾ ਮਸਲਾ ਇਹ, ਨਾ ਕਿ ਸਿਰਫ ਕਿਸਾਨਾਂ ਦਾ। ਇਹ ਤੁਹਾਨੂੰ ਰਿਅਲਾਈਜ਼ ਹੋਊਗਾ ਆਉਣ ਵਾਲੇ ਟਾਈਮ 'ਚ। ਜਿਹੜੇ ਆਰਡੀਨੈਂਸ ਮੈਂ ਤੁਹਾਨੂੰ ਦੱਸੇ ਆ ਇਹ ਬਹੁਤ ਘਾਤਕ ਸਿੱਧ ਹੋਣਗੇ ਕਿਸਾਨੀ ਲਈ ਅਤੇ ਆਮ ਲੋਕਾਂ ਲਈ। ਚਲੋ ਜੇਕਰ ਆਰਡੀਨੈਂਸ ਪਾਸ ਕਰਨੀ ਵੀ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਤੁਸੀਂ ਕਰ ਲਓ, ਆਰਡੀਨੈਂਸ ਪਾਸ ਕਰ ਲਓ, ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਪਰ ਤੁਸੀਂ ਇਨਸ਼ੋਰਿਟੀ ਦਿੰਦੇ ਹੋ ਕਿ ਕੋਈ MSP ਸੈੱਟ ਕੀਤਾ ਜਾਊਗਾ ਹਰ ਇੱਕ ਫਸਲ ਲਈ, ਕੋਈ ਫਸਲ ਦਾ ਮਿਨੀਮਮ ਪ੍ਰਾਈਸ ਤੈਅ ਕੀਤਾ ਜਾਊਗਾ। ਸਰਕਾਰ ਇਹ ਜ਼ਿੰਮੇਵਾਰੀ ਲੈਂਦੀ ਆ, ਵੀ ਜਿਹੜੀ ਫਸਲਾਂ, ਜਿਹੜਾ ਮੰਡੀਕਰਨ ਹੈ ਉਹਨੂੰ ਭੰਗ ਨਹੀਂ ਕੀਤਾ ਜਾਊਗਾ ਜਨਾਬ। ਜਦੋਂ ਲੋਕਾਂ ਨੂੰ ਸਾਲ 2 ਸਾਲ ਇਹਨਾਂ ਦੀ ਆਦਤ ਪੈ ਜਾਏਗੀ, ਮੇਰੇ ਖਿਆਲ 100-200 ਰੁਪਏ ਦੇ ਵੱਧ ਦੇ ਰੇਟ 'ਤੇ ਲੋਕਾਂ ਨੇ ਸੋਚਣਾ ਵੀ ਇਹ ਸਭ ਸਿਸਟਮ ਵਧੀਆ, ਸਰਕਾਰ ਨੇ ਬੈਕਆਊਟ ਕਰ ਜਾਣਾ। ਤਾਂ ਇਹ ਜਿਹੜਾ ਮੰਡੀਕਰਨ ਸਿਸਟਮ ਹੈ, ਸਰਕਾਰੀ APMC ਸਿਸਟਮ ਹੈ, ਬਰਬਾਦ ਹੋਊਗਾ। ਤਾਂ ਉਸ ਵੇਲੇ ਨਾ ਤਾਂ ਕਿਸਾਨਾਂ ਕੋਲ ਕੋਈ ਮਸਲਾ ਰਹਿਣਾ, ਨਾ ਆਮ ਜਨਤਾ ਕੋਲ ਕੋਈ ਮਸਲਾ ਰਹਿਣਾ। ਤੁਸੀਂ ਕੀ ਸੋਚਦੇ ਹੋ
कि ਹੁਣ ਤੱਕ ਆ ਜਿਹੜੇ ਸਿਸਟਮ ਹੋ ਰਹੇ ਸੀ, ਪਿਆਜ਼ ਜਦੋਂ 100 ਸਵਾ 100 150 ਰੁਪਏ ਕਿਲੋ ਹੋ ਜਾਂਦਾ, ਜਦੋਂ ਆਲੂ 50 ਰੁਪਏ ਕਿਲੋ ਹੋ ਜਾਂਦਾ, ਜਦੋਂ ਦਾਲਾਂ 200 ਨੂੰ ਪਾਰ ਹੋ ਜਾਂਦੀਆਂ, ਤਾਂ ਇਹ ਕਿਸ ਸਿਸਟਮ ਦੇ ਅੰਡਰ ਹੈ? ਇਹ ਹੈ ਕੋਈ ਐਸੈਂਸ਼ੀਅਲ ਕੋਮੋਡਿਟੀ ਐਕਟ ਪਹਿਲਾਂ ਸੀਗਾ? ਜੇਕਰ ਹੈ ਵੀ ਸੀ, ਉਹ ਕਿਤਾਬਾਂ 'ਚ ਸੀਗਾ, ਬਸ ਕਾਨੂੰਨ ਬਣਿਆ ਹੋਇਆ ਸੀਗਾ। ਅਮਨ ਤਾਂ ਉਹਦੇ 'ਤੇ ਅੱਜ ਵੀ ਨਹੀਂ ਹੋ ਰਿਹਾ। ਅੱਜ ਵੀ ਸਰਕਾਰ ਨਾਕਾਮਯਾਬ ਹੈ ਵੀ ਇਹਨਾਂ ਲੋਕਾਂ ਨੂੰ, ਇਹਨਾਂ ਵਪਾਰੀਆਂ ਨੂੰ ਜਿਹੜੇ ਆਪਣੇ ਇਹਨਾਂ ਚੀਜ਼ਾਂ ਦਾ ਜ਼ਾਖੀਰਾ ਬਣਾ ਲੈਂਦੇ ਨੇ, ਪਹਿਲਾਂ ਇੱਕ ਵਾਰ ਸ਼ੋਅ ਕਰ ਦਿੰਦੇ ਨੇ ਮੰਦੀ 'ਤੇ ਪਰਚੇਜ ਕਰ ਲੈਂਦੇ ਨੇ, ਆਪਣੇ ਸਟੋਰਾਂ 'ਚ ਸਟਾਕ ਕਰ ਲੈਂਦੇ ਨੇ। ਫਿਰ ਅਕਾਲ ਦੀ ਸਿਚੁਏਸ਼ਨ 'ਚ ਵੀ ਕਮੀ ਹੈ ਜੀ, ਸਪਲਾਈ ਡਿਮਾਂਡ ਪੂਰੀ ਨਹੀਂ ਹੋ ਰਹੀ, ਹੁਣ ਜਾ ਕੇ ਦੁੱਗਣੇ ਤਿੱਗਣੇ ਰੇਟਾਂ 'ਚ ਤੁਹਾਡੇ ਤੱਕ ਪਹੁੰਚਾਉਂਦੇ ਆ। ਇਹ ਕੋਈ ਸਰਕਾਰ ਨੂੰ ਪਤਾ ਨਹੀਂ ਇਹ ਚੀਜ਼ਾਂ ਦਾ? ਸਭ ਪਤਾ ਹੈ ਜਨਾਬ, ਸਭ ਚੋਰ ਬਜ਼ਾਰੀ ਹੈ। ਪਰ ਇਸ ਚੋਰ ਬਜ਼ਾਰੀ ਨੂੰ ਲੀਗਲੀ ਤਰੀਕੇ ਨਾਲ ਸਰਕਾਰ ਕਰਨ ਜਾ ਰਹੀ ਹੈ। ਇਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇਹ ਮਸਲਾ ਸਿਰਫ ਔਰ ਸਿਰਫ ਕਿਸਾਨਾਂ ਦਾ ਨਹੀਂ ਹੈਗਾ। ਜੇਕਰ ਇੱਦਾਂ ਦੇ ਆਰਡੀਨੈਂਸ ਪਾਸ ਹੁੰਦੇ ਆ, ਕਿਸਾਨ ਬਰਬਾਦ ਹੁੰਦਾ, ਤਾਂ ਸਿਰਫ ਇੱਕ ਕਿਸਾਨ ਬਰਬਾਦ ਨਹੀਂ ਹੋਊਗਾ, ਉਹਦੇ ਨਾਲ ਇਸ ਖਿੱਤੇ 'ਚ ਵੱਸ ਰਹੇ ਹਰ ਇੱਕ ਬੰਦਾ ਬਰਬਾਦ ਹੋਊਗਾ। ਪਤਾ ਨਹੀਂ ਕਿੰਨੀ ਕੁ ਲੇਬਰ ਇਨਵੋਲਵ ਹੈ, ਕਿੰਨੇ ਕੁ ਵਪਾਰੀ ਇਨਵੋਲਵ ਹੈ, ਕਿੰਨੇ ਕੁ ਆੜ੍ਹਤੀ ਇਨਵੋਲਵ ਹੈ, ਕਿੰਨੀ ਕੁ ਟਰਾਂਸਪੋਰਟੇਸ਼ਨ ਇਨਵੋਲਵ ਹੈ, ਜਿਹੜੀ ਸਾਨੂੰ ਇਸ ਕਿੱਤੇ, ਇਸ ਸਹਾਇਕ ਕਿੱਤੇ ਦੇ ਤੌਰ 'ਤੇ ਜਿਹੜੀ ਮਦਦ ਕਰਦੀ ਹੈ ਕਿਸਾਨੀ ਨੂੰ। ਕਿਸਾਨਾਂ ਦੀ ਫਸਲ ਮੰਡੀਆਂ 'ਚ ਜਾਂਦੀ ਆ, ਉਹ ਕਿੰਨੀ ਲੇਬਰ ਨੂੰ ਰੋਜ਼ਗਾਰ ਮਿਲਦਾ, ਉਸ ਤੋਂ ਬਾਅਦ ਟਰਾਂਸਪੋਰਟ ਨੂੰ ਰੋਜ਼ਗਾਰ ਮਿਲਦਾ। ਪਰ ਜੇਕਰ ਇਹ ਪ੍ਰਾਈਵੇਟ ਸਿਸਟਮ ਆਉਂਦਾ, ਇਹ ਪ੍ਰਾਈਵੇਟ ਸਿਸਟਮ ਨੇ ਸਭ ਖਤਮ ਕਰ ਦੇਣੀ ਕਹਾਣੀ। ਸਭ ਤੁਹਾਡੇ ਹੱਥਾਂ ਤੋਂ ਬਾਹਰ ਹੋ ਜਾਣਾ, ਤੁਹਾਡੇ ਸਿਸਟਮ ਤੋਂ ਬਾਹਰ ਹੋ ਜਾਣਾ ਚੀਜ਼ਾਂ। ਫਿਰ ਤੁਸੀਂ ਪਛਤਾਓਗੇ, ਹਰ ਇੱਕ ਇਨਸਾਨ ਪਛਤਾਊਗਾ। ਤਾਂ ਹੀ ਮੈਂ ਕਹਿੰਦਾ ਵੀ ਇਹ ਜੋ ਲੋਕ ਸੜਕਾਂ 'ਤੇ ਨੇ, ਇਹ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ। ਘੱਟੋ ਘੱਟ ਜੇਕਰ ਅਸੀਂ ਇਹਨਾਂ ਨੂੰ ਸਪੋਰਟ ਨਹੀਂ ਕਰ ਸਕਦੇ, ਘੱਟੋ ਘੱਟ ਆਪਾਂ ਇਹਨਾਂ ਨੂੰ ਮਾੜਾ ਤਾਂ ਨਾ ਆਖੀਏ, ਕਿਉਂਕਿ ਇਹ ਲੋਕ ਸਾਡੇ ਵਾਸਤੇ ਸੜਕਾਂ 'ਤੇ ਨੇ। ਅੱਜ ਹਾਲਤ ਬਦ ਤੋਂ ਬੱਤਰ ਹੋਊਗੀ ਜੇਕਰ ਅਸੀਂ ਉਹਨਾਂ ਦੀ ਪ੍ਰੋਬਲਮ ਨਾ ਸਮਝੀ। ਤਾਂ ਸਰਕਾਰਾਂ ਤਾਂ ਜ਼ਿੰਮੇਵਾਰੀਆਂ ਤੋਂ ਭੱਜ ਰਹੀਆਂ ਨੇ। ਉਹ ਤਾਂ ਚਾਹੁੰਦੇ ਆ ਵੀ ਸਾਡੀ ਲਾਇਬਿਲਿਟੀ ਕੋਈ ਹੋਵੇ ਨਾ। ਕੀ ਗੱਲ, ਹਰ ਇੱਕ ਚੀਜ਼ ਪ੍ਰਾਈਵੇਟ ਕਰ ਦੇਣਾ ਹੀ ਸੋਲਿਊਸ਼ਨ ਹੈ? ਸਰਕਾਰ ਇੰਨੀ ਨਾਕਾਮ ਹੈ ਕਿ ਆਪਦੇ ਸਿਸਟਮ ਨੂੰ ਸਟਰੋਂਗ ਨਹੀਂ ਕਰ ਸਕਦੀ। ਸਰਕਾਰ ਇੰਨੀ ਨਾਕਾਮ ਸੀਗੀ ਕਿ BSNL ਪ੍ਰਾਈਵੇਟ ਕਰਤੀ, ਜਾਂ ਕਿੰਨੇ ਕੁ ਇੰਪਲਾਈ ਉਹਨਾਂ ਦੇ ਕਢਾਤੇ, ਅਤੇ ਉਹ ਆਪਦੇ ਸਿਸਟਮ ਨੂੰ ਨਹੀਂ ਸੁਧਾਰ ਸਕੀ। ਪ੍ਰਾਈਵੇਟ ਕਰਨਾ ਉਹਨਾਂ ਨੂੰ ਸਭ ਤੋਂ ਬੈਸਟ ਸੋਲਿਊਸ਼ਨ ਲੱਗਿਆ। ਅੱਜ ਮੰਡੀ ਸਿਸਟਮ ਜਿਹੜਾ ਹੈਗਾ, ਮੰਡੀ ਬੋਰਡ ਸਿਸਟਮ ਸੀਗਾ, ਸਰਕਾਰ ਇੰਨੀ ਮਜਬੂਰ ਹੈ, ਇੰਨੀ ਨਾਕਾਮਯਾਬ ਹੈ ਵੀ ਉਹ ਸਿਸਟਮ ਨੂੰ ਸੁਧਾਰ ਨਹੀਂ ਸਕਦੀ, ਪ੍ਰਾਈਵੇਟ ਕਰਨਾ ਚਾਹੁੰਦੀ ਆ। ਕਿਆ ਹਰ ਇੱਕ ਸਰਕਾਰੀ ਵਿਭਾਗ ਪ੍ਰਾਈਵੇਟ ਹੋ ਕੇ ਹੀ ਸਕਸੈਸਫੁਲ ਹੋਊਗਾ? ਕਈ ਮੇਰੇ ਯਾਰ ਦੋਸਤ ਕਹਿ ਦਿੰਦੇ ਨੇ ਕਿ ਨਹੀਂ ਜੀ, ਇਹਦੇ 'ਚ ਚੋਰ ਬਜ਼ਾਰੀ ਸੀ, ਫਲਾਣਾ ਸੀ, ਇਹ ਪ੍ਰਾਈਵੇਟ ਕਰਨਾ ਜ਼ਰੂਰੀ ਹੈ, ਪ੍ਰਾਈਵੇਟ ਤੋਂ ਬਗੈਰ ਇਹ ਡਿਪਾਰਟਮੈਂਟ ਨਹੀਂ ਚੱਲ ਸਕਦੇ। ਸਰਕਾਰਾਂ ਕਿਸ ਵਾਸਤੇ ਨੇ? ਜੇਕਰ ਇੱਕ ਘਰ ਦਾ ਇੱਕ ਮੁਖੀ ਜੇ ਖੁਦ ਚੋਰ ਹੈ, ਤਾਂ ਉਹਦੇ ਪਿੱਛੇ ਪਰਿਵਾਰ ਦੇ ਬੰਦੇ ਵੀ ਚੋਰ ਹੋਣਗੇ, ਜ਼ਰੂਰ ਹੋਣਗੇ। ਜੇ ਉਹ ਬੰਦੇ ਦੇ ਅਸੂਲ ਹੈ, ਪ੍ਰਿੰਸੀਪਲ ਹੈ, ਬੰਦਾ ਚਾਹੁੰਦਾ ਵੀ ਨਹੀਂ ਮੇਰੇ ਪਰਿਵਾਰ 'ਚ ਕੁਛ ਅਸੂਲਾਂ ਨਾਲ ਕੰਮ ਚੱਲੂਗਾ, ਤਾਂ ਕਿਵੇਂ ਪਰਿਵਾਰ ਦਾ ਮੈਂਬਰ ਉਹਦੇ ਦਾ ਕਿਵੇਂ ਉਸ ਤੋਂ ਬਾਹਰ ਹੋ ਜਾਊਗਾ? ਜਦੋਂ ਸਾਡੇ ਚੁਣੇ ਹੋਏ ਨੁਮਾਇੰਦੇ ਚੋਰ ਨੇ, ਤਾਂ ਅਸੀਂ ਇਹ ਸਰਕਾਰੀ ਤੰਤਰ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਵੀ ਇਹ ਬੜੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ? ਇਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਕੰਮ ਹੈ, ਸਰਕਾਰਾਂ ਦਾ। ਇਹ ਵਾਈਟ ਕਾਲਰ ਬੰਦਿਆਂ ਦਾ, ਜਿਹੜੇ AC ਰੂਮ 'ਚ ਬੈਠੇ ਪਾਲਿਸੀਆਂ ਬਣਾ ਦਿੰਦੇ ਨੇ। ਰਿਐਲਿਟੀ ਤੁਹਾਨੂੰ ਇੱਕ ਪੈਸੇ ਦੀ ਨਹੀਂ ਪਤਾ ਹੁੰਦੀ। ਗਰਾਊਂਡ 'ਤੇ ਤਾਂ ਆਓ, ਸਮਝੋ ਤਾਂ ਸਹੀ ਸਿਸਟਮ ਹੈ ਕੀ, ਸਿਸਟਮ ਦੀ ਰਿਕੁਆਇਰਮੈਂਟ ਕੀ ਆ। ਤੁਸੀਂ ਬੈਠੇ ਆ, ਪੈਨ ਚਲਾ ਤਾਂ ਯੂਰਪ ਦੇ ਸਿਸਟਮ ਫੋਲੋ ਕਰਦੇ ਆ, ਅਮਰੀਕਾ ਦੇ ਸਿਸਟਮ ਫੋਲੋ ਕਰਦੇ ਆ। 2-2.5 ਏਕੜ ਵਾਲੇ ਫਾਰਮਰ ਦਾ ਕੀ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਊਗਾ? ਹੋ ਜਾਏਗਾ ਕੋਈ ਕਿਸੇ ਤਰ੍ਹਾਂ ਦਾ ਕੰਟਰੈਕਟ? ਉਹ 2-2.5 ਏਕੜ ਵਾਲਾ ਕਿਸਾਨ ਹੈ, ਵੱਧ ਤੋਂ ਵੱਧ 5 ਏਕੜ ਵਾਲਾ, ਵੱਧ ਤੋਂ ਵੱਧ 10 ਏਕੜ ਵਾਲਾ ਕਿਸਾਨ ਹੈ ਹਿੰਦੁਸਤਾਨ 'ਚ।
ਆ ਜਿਹੜੇ ਹੈ ਵੀ ਨੇ ਕੁਛ ਥੋੜ੍ਹੇ ਬਹੁਤੇ ਹੋਣਗੇ ਲੈਂਡਲੋਰਡ ਬੰਦੇ, ਕਿੰਨੇ ਕੁ ਹੋਣਗੇ ਉਹ? 2 3 4 5% ਹੋਣਗੇ। ਹਰ ਇੱਕ ਪਿੰਡ 'ਚ ਮੇਰੇ ਖਿਆਲ 2% ਬੰਦੇ ਇਹੋ ਜਿਹੇ ਹੋਣਗੇ ਜਿਹੜੇ ਬਾਹਲੇ ਲੈਂਡਲੋਰਡ ਬੰਦੇ ਹੋਣਗੇ, ਜਿਹੜੇ ਕੰਟਰੈਕਟ 'ਤੇ ਫਾਰਮਿੰਗ ਕਰ ਲੈਣਗੇ। ਸਾਨੂੰ ਅਸਲੀਅਤ ਪਤਾ, ਕੰਟਰੈਕਚੁਅਲ ਫਾਰਮਿੰਗ ਦੀ ਵੀ ਸਾਨੂੰ ਅਸਲੀਅਤ ਪਤਾ। ਇਹ ਆਰਡੀਨੈਂਸ ਜਿਹੜਾ ਹੈਗਾ ਇਹ ਬਰਬਾਦੀ ਦੇ ਰਾਹ 'ਤੇ ਤੋਰਨ ਵਾਲਾ ਆਰਡੀਨੈਂਸ ਹੈ। ਅਸੀਂ ਇਹਦਾ ਬਿਲਕੁਲ ਸਖਤ ਸ਼ਬਦਾਂ 'ਚ ਵਿਰੋਧ ਕਰਦੇ ਹਾਂ। ਠੀਕ ਹੈ, ਮੈਂ ਸਾਰੇ ਲੋਕਾਂ ਨੂੰ, ਇਸ ਖਿੱਤੇ 'ਚ ਵੱਸ ਰਹੇ ਲੋਕਾਂ ਨੂੰ ਰਿਕੁਐਸਟ ਕਰਦਾ ਵੀ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ। ਇੱਦਾਂ ਦੇ ਘਟੀਆ ਕਾਨੂੰਨ ਨਾ ਪਾਸ ਹੋਣ। ਜੇਕਰ ਇੱਦਾਂ ਦੇ ਕਾਨੂੰਨ ਪਾਸ ਹੁੰਦੇ ਆ ਤਾਂ ਮੁਸ਼ਕਿਲਾਂ ਤੁਹਾਡੇ ਲੋਕਾਂ ਲਈ, ਆਮ ਲੋਕਾਂ ਲਈ ਹੀ ਪੈਦਾ ਹੋਣੀਆਂ। ਇਹਨਾਂ ਸਰਕਾਰਾਂ ਦਾ, ਇਹਨੇ ਪੋਲੀਟੀਸ਼ੀਅਨਾਂ ਦਾ ਕੁਛ ਨਹੀਂ ਜਾਣਾ। ਅੱਜ ਇਹ ਪੋਲੀਟੀਸ਼ੀਅਨ ਆਪਦੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਅਤੇ ਆਮ ਲੋਕ ਸੜਕਾਂ 'ਤੇ ਜਾਂਦੇ ਨੇ ਪਰ ਸੁਣਵਾਈ ਕੋਈ ਨਹੀਂ ਹੁੰਦੀ, ਜ਼ੀਰੋ। ਕੀ ਆਰਡੀਨੈਂਸ ਦੀ ਹੁਣ ਕੀ ਜ਼ਰੂਰਤ ਪਈ ਸੀਗੀ, ਐਮਰਜੈਂਸੀ ਪਈ ਸੀ ਵੀ ਹੁਣੇ ਇਹ ਆਰਡੀਨੈਂਸ ਪਾਸ ਕਰਨਾ ਸੀਗਾ? ਕਰੋਨਾ ਚੱਲ ਰਿਹਾ, ਲੋਕਡਾਊਨ ਚੱਲ ਰਿਹਾ, ਬੁਰੇ ਹਾਲ ਨੇ, ਹੁਣੇ ਕੀ ਜ਼ਰੂਰਤ ਪਈ ਸੀਗੀ ਇਹ ਆਰਡੀਨੈਂਸ ਪਾਸ ਕਰਨ ਦੀ? ਇਹ ਨੀਤੀਆਂ 'ਚ ਚੋਰ ਹੈ। ਇਹ ਚਾਹੁੰਦੇ ਆ ਵੀ ਇਹਨੂੰ ਜ਼ਬਰਦਸਤੀ ਥੋਪ ਦਿੱਤਾ ਜਾਵੇ ਲੋਕਾਂ 'ਤੇ। ਲੋਕਾਂ ਨਾਲ ਤਾਂ ਗੱਲ ਹੀ ਨਹੀਂ ਕਰੀ ਗਈ, ਕਿਸਾਨਾਂ ਨਾਲ ਤਾਂ ਗੱਲ ਹੀ ਨਹੀਂ ਕਰੀ ਗਈ। ਕਿਸਾਨਾਂ ਦੀ ਪ੍ਰੋਬਲਮ ਤਾਂ ਸਮਝੋ, ਉਹਨਾਂ ਦੀ ਗੱਲ ਤਾਂ ਸੁਣੋ, ਐਟਲੀਸਟ ਉਹਨਾਂ ਦੀ ਗੱਲ ਤਾਂ ਸੁਣੋ ਵੀ ਹਾਂ ਇਹ ਆਰਡੀਨੈਂਸ ਉਹਨਾਂ ਵਾਸਤੇ ਸੂਟੇਬਲ ਹੈ ਜਾਂ ਨਹੀਂ ਹੈਗਾ ਜਾਂ ਕਿਵੇਂ ਹੈਗਾ। ਪਰ ਨਹੀਂ, ਫਰਮਾਨ ਜਾਰੀ ਕਰਤੇ ਕਿ ਆਰਡੀਨੈਂਸ ਪਾਸ ਹੈ ਜੀ, ਤੁਸੀਂ ਹੁਣ ਇੱਦਾਂ ਦਾ ਕੁਛ ਕਰਨਾ। ਜਨਾਬ ਇਹ ਚੀਜ਼ਾਂ ਨਹੀਂ ਚੱਲਣਗੀਆਂ ਹੁਣ। ਸਪੈਸੀਫਿਕਲੀ ਭਾਵੇਂ ਕਰੋਨਾ ਹੈ, ਭਾਵੇਂ ਕੁਛ ਹੈ, ਲੋਕ ਜਾਗਰੂਕ ਨੇ। ਪਹਿਲਾਂ ਵਾਲੇ ਅਨਪੜ੍ਹ ਕਿਸਾਨ ਨਹੀਂ ਹੈਗੇ, ਲੋਕ ਹੁਣ ਪੜ੍ਹੇ ਲਿਖੇ ਨੇ। ਤੁਹਾਡੀ ਹਰ ਇੱਕ ਗੱਲ ਨੂੰ ਮੰਨ ਲੈਣਾ ਇਹ ਵਾਜਿਬ ਨਹੀਂ। ਪਹਿਲਾਂ ਤੁਸੀਂ ਹਰੀ ਕ੍ਰਾਂਤੀ ਦੇ ਨਾਂ ਤੋਂ ਪੰਜਾਬ ਔਰ ਹਰਿਆਣਾ ਨੂੰ ਉਜਾੜ ਕੇ ਰੱਖਤਾ। ਹਰੀ ਕ੍ਰਾਂਤੀ ਦੇ ਨਾਂ 'ਤੇ ਤੁਸੀਂ ਸਾਨੂੰ ਦਵਾਈਆਂ ਥਮਾਤੀਆਂ। ਸਾਡੀ ਜ਼ਮੀਨਾਂ ਦਾ ਪਾਣੀ ਲੈਵਲ ਅੱਜ 500 ਫੁੱਟ ਤੱਕ ਪਹੁੰਚ ਚੁੱਕਾ। ਉਦੋਂ ਤਾਂ ਤੁਹਾਨੂੰ ਜਦੋਂ ਅਨਾਜ ਦੀ ਜ਼ਰੂਰਤ ਸੀ ਉਦੋਂ ਤਾਂ ਤੁਸੀਂ ਕਹਿੰਦੇ ਸੀ ਜੈ ਕਿਸਾਨ ਜੈ ਜਵਾਨ। ਹੁਣ ਕਿੱਥੇ ਗਿਆ ਜੈ ਕਿਸਾਨ? ਹੁਣ ਜਦੋਂ ਸਾਨੂੰ ਕਿਸਾਨਾਂ ਨੂੰ ਜ਼ਰੂਰਤ ਹੈ ਸਰਕਾਰਾਂ ਦੀ, ਉਹਨਾਂ ਦੀ ਮਦਦ ਦੀ, ਸਰਕਾਰਾਂ ਭੱਜ ਰਹੀਆਂ ਨੇ। ਜਦੋਂ ਭੁੱਖਮਰੀ ਦਾ ਮਾਹੌਲ ਸੀ ਤਾਂ ਉਦੋਂ ਆਉਂਦੇ ਸੀ, ਕਹਿੰਦੇ ਸੀ ਤੁਸੀਂ ਅਨਾਜ ਉਤਪਾਦਨ ਕਰੋ, ਤੁਸੀਂ ਝੋਨਾ ਲਗਾਓ, ਤੁਸੀਂ ਕਣਕ ਬੀਜੋ, ਸਾਨੂੰ ਜ਼ਰੂਰਤ ਹੈ, ਲੋਕ ਭੁੱਖੇ ਮਰ ਰਹੇ ਆ। ਪਰ ਜਦੋਂ ਅੱਜ ਅਸੀਂ ਅੰਨ ਪੂਰਤੀ ਕਰਤੀ, ਆਪਦੀਆਂ ਜ਼ਮੀਨਾਂ ਸਾੜ ਲਈਆਂ, ਆਪਦੇ ਪਾਣੀ ਬਰਬਾਦ ਕਰਤੇ, ਆਪਦੀ ਹਰੀ ਭਰੀ ਧਰਤੀ ਨੂੰ, ਮੈਂ ਸਮਝਦਾ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ, ਸਭ ਤੋਂ ਉਹ ਖਿੱਤਾ ਜਿਹੜਾ ਹਰ ਤਰ੍ਹਾਂ ਦਾ ਮੌਸਮ ਦੇਖਦਾ, ਸਰਦੀ ਵੀ ਦੇਖਦਾ, ਗਰਮੀ ਵੀ ਦੇਖਦਾ, ਬਰਸਾਤ ਵੀ ਦੇਖਦਾ, ਪਤਝੜ ਵੀ ਦੇਖਦਾ, ਉਹ ਖਿੱਤਾ ਜਿਹੜਾ ਆਪਣੇ ਆਪ 'ਚ ਪ੍ਰਫੁੱਲ ਖਿੱਤਾ ਸੀ, ਉਹਨੂੰ ਅਸੀਂ ਬਰਬਾਦ ਕਰਕੇ ਛੱਡਤਾ। ਉਹ ਤੁਹਾਡੇ ਕਰਕੇ, ਤੁਹਾਡੇ ਸਰਕਾਰਾਂ ਕਰਕੇ, ਕਿਉਂਕਿ ਭੁੱਖਮਰੀ ਦਾ ਮਾਹੌਲ ਸੀ। ਸਾਨੂੰ ਕਟੋਰੇ ਲੈ ਕੇ ਦੂਜੀ ਕੰਟਰੀਆਂ 'ਚ ਜਾਣਾ ਪੈਂਦਾ ਸੀ ਵੀ ਸਾਡੇ ਲੋਕ ਭੁੱਖੇ ਮਰ ਰਹੇ ਨੇ। ਪਰ ਅੱਜ ਜਦੋਂ ਸਾਡੇ ਕੋਲ ਸਰਪਲਸ ਅਨਾਜ ਹੈਗਾ, ਸਭ ਕੁਛ ਹੈਗਾ, ਤੁਸੀਂ ਕਿਸਾਨ ਨੂੰ ਸક્ષਮ ਬਣਾਉਣ ਦੀ ਜਗ੍ਹਾ ਤੁਸੀਂ ਉਹਨੂੰ ਬਰਬਾਦ ਕਰਨਾ ਚਾਹੁੰਦੇ ਹੋ। ਹੋਰ ਉਹਦੇ ਲਈ ਨਵੇਂ ਕੁਛ ਇੱਦਾਂ ਦੇ ਕਾਨੂੰਨ ਬਣਾਉਣ ਦੀ ਜਗ੍ਹਾ ਤੁਸੀਂ ਇੱਦਾਂ ਦੇ ਕਾਨੂੰਨ ਲੈ ਕੇ ਆ ਰਹੇ ਹੋ ਵੀ ਜਿਹਦੇ ਨਾਲ ਕਿਸਾਨ ਮਜਬੂਰ ਹੋ ਜੇ, ਉਹ ਇਹਨਾਂ ਪ੍ਰਾਈਵੇਟ ਕੰਪਨੀਆਂ ਦਾ ਮਜ਼ਦੂਰ ਬਣ ਕੇ ਰਹਿ ਜੇ ਔਰ ਗੁਰਬਤ ਦੀ ਜ਼ਿੰਦਗੀ ਬਤੀਤ ਕਰੇ ਹਮੇਸ਼ਾ। ਇਹ ਤੁਹਾਡੀਆਂ ਪਾਲਿਸੀਆਂ ਵਾਈਟ ਕਾਲਰਾਂ ਦੀਆਂ, ਜਿਹੜੇ ਏਸੀ ਕਮਰਿਆਂ 'ਚ ਬੈਠ ਕੇ ਪਾਲਿਸੀਆਂ ਬਣਾ ਦਿੰਦੇ ਆ। ਰਿਐਲਿਟੀ ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦੀ ਕਿ ਰਿਕੁਆਇਰਮੈਂਟ ਕੀ ਆ, ਗਰਾਊਂਡ 'ਤੇ ਕੀ ਆ, ਰਿਕੁਆਇਰਡ ਕੀ ਆ, ਕੁਛ ਨਹੀਂ ਪਤਾ ਹੁੰਦਾ ਉਹਨਾਂ ਨੂੰ। ਅਤੇ ਮੈਂ ਸਿਰਫ ਮੇਰੀ ਇੱਕੋ ਰਿਕੁਐਸਟ ਹੈ ਉਹਨਾਂ ਸਾਰੇ ਲੋਕਾਂ ਨੂੰ ਵੀ ਘੱਟੋ ਘੱਟ ਜੇਕਰ ਅਸੀਂ ਇਹਨਾਂ ਨੂੰ ਸਪੋਰਟ ਨਹੀਂ ਕਰ ਪਾਵਾਂਗੇ
ਐਟਲੀਸਟ ਇਹਨਾਂ ਨੂੰ ਭੰਡਿਓ ਨਾ, ਕਿਉਂਕਿ ਉਹ ਸਿਰਫ ਆਪ ਦੇ ਲਈ ਨਹੀਂ ਸੜਕਾਂ 'ਤੇ, ਉਹ ਸਮੁੱਚੇ ਇਨਸਾਨੀਅਤ ਲਈ ਇਹ ਸੜਕਾਂ 'ਤੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਸਾਡੀਆਂ ਫਸਲਾਂ ਇਹ ਪ੍ਰਾਈਵੇਟ ਕੰਪਨੀਆਂ ਦੇ ਹੱਥ ਲੱਗ ਗਈਆਂ, ਸਾਡਾ ਅਨਾਜ, ਤਾਂ ਹਾਲਤ ਕੀ ਹੋਊਗੀ, ਬਦ ਤੋਂ ਬੱਤਰ। ਹੁਣ ਤਾਂ ਸਿਰਫ ਫਲ ਸਬਜ਼ੀਆਂ ਨੂੰ ਇੱਕ ਆਮ ਆਦਮੀ ਪਛਤਾਉਂਦਾ ਵੀ ਯਾਰ ਮੈਂ ਨਹੀਂ ਖਰੀਦ ਸਕਦਾ, ਪਰ ਕਿਤੇ ਦੇਖਿਓ ਕਿਤੇ ਤੁਹਾਨੂੰ ਆਟਾ, ਦਾਲ, ਚਾਵਲ ਤੋਂ ਨਾ ਪਛਤਾਉਣਾ ਪੈ ਜੇ। ਪਰ ਜਿਵੇਂ ਦੇ ਇਹ ਆਰਡੀਨੈਂਸ ਹੈ, ਇਹ ਪੱਕੀ ਗੱਲ ਹੈ ਵੀ 2-3-4 ਸਾਲ ਬਾਅਦ ਤੁਸੀਂ ਪਛਤਾਓਗੇ। ਹਰ ਇੱਕ ਬੰਦਾ ਪਛਤਾਊਗਾ ਜਿਹੜਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ। ਸੋ ਡਿਟੇਲ 'ਚ ਤੁਹਾਨੂੰ ਹੋਰ ਦੱਸਾਂਗੇ ਆਉਣ ਵਾਲੇ ਟਾਈਮ 'ਚ ਵੀ ਕੀ ਕੁਛ ਹੈ। ਇਹੀ ਸੀਗਾ ਮੇਰਾ ਵਿਚਾਰ, ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ। ਫਿਊਚਰ 'ਚ ਜ਼ਰੂਰ ਅਪਡੇਟ ਜਿਵੇਂ ਵੀ ਹੋਊਗਾ ਆਪਦੇ ਲੋਕਾਂ ਲਈ, ਕਿਸਾਨਾਂ ਲਈ ਕਰਦੇ ਰਵਾਂਗੇ, ਭਾਵੇਂ ਦੁਨੀਆ ਦੇ ਕਿਸੇ ਕੋਨੇ 'ਤੇ ਕਿਸੇ ਪੋਜੀਸ਼ਨ 'ਤੇ ਹੋਈਏ, ਪਰ ਆਪਣੇ ਲੋਕਾਂ ਦੀ ਗੱਲ ਜ਼ਰੂਰ ਕਰਾਂਗੇ। ਧੰਨਵਾਦ।